ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਔਲਖ ਸ਼ਰਮਾ ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਮੁੱਖ ਮੰਤਰੀ ਨੂੰ ਆਪ ਕਾਉਂਸਲਰਾਂ ਨੇ ਕੀਤੀ ਚੰਡੀਗੜ੍ਹ ਕਮਿਸ਼ਨਰ ਦੀ ਸ਼ਿਕਾਇਤ ਤੇ ਕਿਹਾ ਤਾਲਮੇਲ ਦੀ ਆ ਰਹੀ ਕਮੀ। ਮੋਹਾਲੀ ਅਟੈਕ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਚੱਲਦੀ ਕਾਰ ਨਾਲ ਤਾਕਿਆ ਗਿਆ ਰਾਕਟ। ਅਤੇ ਆਪ ਵੱਲੋਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਚੰਡੀਗੜ੍ਹ ਦੇ ਸਹਿ ਇੰਚਾਰਜ ਨਿਯੁਕਤ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਕਾਉਂਸਲਰਾਂ ਨਾਲ ਕੀਤੀ ਗਈ ਮੁਲਾਕਾਤ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮੁਲਾਕਾਤ ਕਾਫੀ ਸਮਾਂ ਚੱਲੀ ਤੇ ਇਸ ਦੌਰਾਨ ਕਈ ਪਹਿਲੂਆਂ ਤੇ ਚਰਚਾ ਵੀ ਕੀਤੀ ਗਈ। ਕਾਉਂਸਲਰਾਂ ਤੋਂ ਉਹਨਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਗਈਆਂ ਤੇ ਇਸ ਦੌਰਾਨ ਚੰਡੀਗੜ੍ਹ ਦੇ ਜੋ ਕਾਉਂਸਲਰ ਨੇ ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਦੀ ਸ਼ਿਕਾਇਤ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਤਾਲਮੇਲ ਦੀ ਕਾਫੀ ਜ਼ਿਆਦਾ ਕਮੀ ਆ ਰਹੀ ਹੈ ਤੇ ਨਾਲੋਂ ਨਾਲ ਕਈ ਤਰ੍ਹਾਂ ਦੇ ਉਹਨਾਂ ਨੇ आरोप भी लगाए अनंदिता मित्रा दे। चंडीगढ़ नगर निगम की आम आदमी पार्टी के सभी पार्षदों ने आज निगम कमिश्नर अनिंदिता मित्रा की शिकायत पंजाब के मुख्यमंत्री भगवंत मान से की। बता दी कि अनिंदिता मित्रा पंजाब कैडर की IAS अफसर हैं और अभी वह चंडीगढ़ नगर निगम में कमिश्नर के पद पर हैं। वहीं आम आदमी पार्टी के पार्षदों की ये शिकायत रहती है कि निगम में अफसर उनकी नहीं सुनते हैं और इसको लेकर कई बार वह अपना विरोध भी जता चुके हैं और ये आरोप भी लगा चुके हैं। चंडीगढ़ नगर निगम के अफसर भाजपा के इशारे पर काम कर रहे हैं। इसी के चलते बुधवार को चंडीगढ़ में आम आदमी पार्टी के सभी पार्षदों ने CM भगवंत मान से सेक्टर 3 स्थित पंजाब भवन में मीटिंग की। ये मीटिंग करीब 20 मिनट तक चली और अपनी इस मीटिंग में सभी पार्षदों ने ये मुद्दा जोरों शोरों से भी उठाया। मीटिंग के बाद नेता विपक्ष योगेश ढींगरा ने बताया कि उन सभी पार्षदों ने उन्हें आ रही अड़चनों को लेकर भी CM भगवंत मान को बताया है, जिस पर CM भगवंत मान ने प्रशासनिक स्तर पर अफसरों से बात करने का आश्वासन दिया है। अच्छा, CM के सामने आपने मुद्दा भी उठाया है कि अफसर उनकी बात, आपकी बात नहीं सुनते। लगातार जो आपके मुद्दे हैं वो डेफर किए जा रहे हैं, काउंसिल लगातार प्रॉब्लम उठाते हैं लेकिन वो सुनते नहीं हैं। बिल्कुल ये बात हुई है तो वो उन्होंने कहा कि मैं इस चीज़ का संज्ञान ले रहा हूँ और खुद मीटिंग करूँगा कमिश्नर मैम के साथ। आज उनकी मीटिंग भी होगी तो वो आपस में बैठ के सारा तालमेल बिठाएंगे ताकि हमारे भी एजेंडे हाउस में लेके आए और हमारी भी सुनवाई होगी। अच्छा, स्पेशली कमिश्नर मैम की ही आपने कहा है क्योंकि अफसर तो सारे उनके अंडर ही हैं, वही काम रोक रहे हैं, भाजपा के कहने पे आदेश कर रहे हैं। वो भी होगा और एडमिनिस्ट्रेशन के साथ भी उनकी मीटिंग होगी। एडमिन के भी कई काम है जो हमारे बहुत पड़े हुए हैं, हमारी सुनवाई नहीं होती, तो वो एडमिन के साथ भी इसका मैटर उठाएंगे। ਗੱਲ ਜਦੋਂ ਅਫਸਰ ਬੈਠੇ ਨੇ ਕੁਰਸੀ ਤੇ ਉਹਨਾਂ ਨੇ ਕੰਮ ਕਰਨਾ ਵਾ, ਅਸੀਂ ਕੰਮ ਦੀ ਫਾਈਲ ਅੱਗੇ ਭੇਜਦੇ ਹਾਂ, ਡਿਲੇ ਕਰਦੇ ਨੇ, ਨਹੀਂ ਸੁਣਦੇ। ਉਹ ਵੀ ਗੱਲ ਅਸੀਂ ਅੱਜ ਮਾਨ ਸਾਹਿਬ ਹੋਰਾਂ ਕੋਲ ਰੱਖੀ ਹੈ, ਸੀਨੀਅਰ ਲੀਡਰ ਸਾਹਿਬਾਨ ਕੋਲ ਰੱਖੀ ਹੈ ਤੇ ਉਹਦਾ ਜਲਦੀ ਹੀ ਜਲਦ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਲੱਗ ਜਾਏਗਾ ਵੀ ਜਿਵੇਂ ਜਿਵੇਂ ਕੰਮ ਹੋਣ ਲੱਗ ਜਾਣਗੇ ਉਹੀ ਸਾਰਾ ਜਿਹੜੇ ਸਾਨੂੰ ਪਹਿਲਾਂ ਦਿੱਕਤਾਂ ਆ ਰਹੀਆਂ ਸੀ ਸਾਰੀਆਂ ਦਿੱਕਤਾਂ ਅੱਜ ਇੱਥੇ ਸੋਲਵ ਹੋਈਆਂ ਨੇ। ਔਰ ਫਿਰ ਇੱਕ ਵਾਰੀ ਕਹਿ ਰਹੇ ਹਾਂ ਵੀ ਆਮ ਆਦਮੀ ਪਾਰਟੀ ਬਹੁਤ ਵਧੀਆ ਸੁਚਾਰੂ ਢੰਗ ਨਾਲ ਲੱਗਿਆ ਹੈ। ਸੁਣਦੇ ਨਹੀਂ ਬਿਲਕੁਲ ਵੀ। ਆਮ ਆਦਮੀ ਪਾਰਟੀ ਦੇ ਕਾਉਂਸਲਰ ਅਸੀਂ ਹਾਊਸ ਦੇ ਵਿੱਚ ਵੀ ਦੇਖਦੇ ਹੋ, ਤੁਹਾਨੂੰ ਖਾਸੀ ਦਿੱਕਤ ਆ ਰਹੀ ਹੈ ਇਸ ਕਰਕੇ? ਦਿੱਕਤ ਤਾਂ ਦੇਖੋ ਆ ਰਹੀ ਹੈ ਜੀ, ਕਿਉਂਕਿ ਮੇਅਰ ਉਹਨਾਂ ਦਾ ਤੇ ਮੇਅਰ ਨੇ ਹੀ ਹਾਊਸ ਨੂੰ ਚਲਾਉਣਾ ਹੁੰਦਾ ਹੈ, ਕਮਿਸ਼ਨਰ ਨੇ ਵੀ ਜੋ ਕੁਝ ਕਰਨਾ ਹੁੰਦਾ ਮੇਅਰ ਦੀ ਆਗਿਆ ਨਾਲ ਹੀ ਕਰਨਾ ਹੁੰਦਾ। ਸੋ ਜੋ ਦਿੱਕਤਾਂ ਸਾਨੂੰ ਆ ਰਹੀਆਂ ਨੇ ਅਸੀਂ ਅੱਜ ਸੀਨੀਅਰ ਲੀਡਰ ਨਾਲ ਡਿਸਕਸ ਕੀਤੀਆਂ ਨੇ, ਅੱਗੇ ਤੋਂ ਨਹੀਂ ਆਏਗੀ ਔਰ ਪਾਰਟੀ ਸਾਡੀ ਇਕਜੁੱਟ ਹੈ। ਇਹ ਅੱਜ ਕਨਫਰਮ ਹੈ ਵੀ ਪਾਰਟੀ ਸਾਡੀ ਇਕਜੁੱਟ ਹੈ। आप पार्षदों ने पंजाब CM से निगम कमिश्नर अनिंदिता मित्रा और निगम अफसरों की शिकायत की है, जिस पर CM भगवंत मान ने भी कार्रवाई का आश्वासन दिया है। ऐसे में देखना होगा कि आने वाले दिनों में क्या आप पार्षदों की समस्या दूर होती है या नहीं। पंजाब केसरी टीवी के लिए चंडीगढ़ से भगवत सिंह की रिपोर्ट। ਮੋਹਾਲੀ ਅਟੈਕ ਨੇ ਕਈ ਸਾਰੇ ਸਵਾਲਾਂ ਨੂੰ ਜਨਮ ਦੇ ਦਿੱਤਾ ਤੇ ਹੁਣ ਮੋਹਾਲੀ ਅਟੈਕ ਨੂੰ ਲੈ ਕੇ ਜੋ ਲਗਾਤਾਰ ਛਾਣਬੀਨ ਜਾਰੀ ਹੈਗੀ ਆ ਉਸ ਦੇ ਵਿੱਚ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ। CCTV ਫੁਟੇਜ ਦੇ ਨਾਲ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਚੱਲਦੀ ਕਾਰ ਦੇ ਨਾਲ ਇੱਥੇ ਰਾਕਟ ਹੈਗਾ ਜਿਹੜਾ ਉਹ ਦਾਗਿਆ ਗਿਆ ਸੀ।
ਉਹਦੇ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਲਗਾਤਾਰ ਫੇਰਬਦਲ ਜਾਰੀ ਹੈ ਤੇ ਹੁਣ ਤਾਂ ਦੱਸ ਦਈਏ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਉਹਨਾਂ ਨੂੰ ਵੀ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਵਿੱਚ ਅਹਿਮ ਜ਼ਿੰਮੇਵਾਰੀ ਮਿਲ ਗਈ ਹੈ। ਉਹਨਾਂ ਨੂੰ ਚੰਡੀਗੜ੍ਹ ਆਮ ਆਦਮੀ ਪਾਰਟੀ ਦਾ ਸਹਿ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਫੇਰਬਦਲ ਹੋਇਆ ਹੈ ਤੇ ਨਗਰ ਨਿਗਮ ਦੇ ਸਾਬਕਾ ਮੇਅਰ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਨੇ ਸਹਿ ਪ੍ਰਭਾਰੀ ਦੇ ਪਦ ਤੋਂ ਹਟਾ ਦਿੱਤਾ ਹੈ। ਉਹਨਾਂ ਦੀ ਥਾਂ ਪਾਰਟੀ ਨੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਸਹਿ ਪ੍ਰਭਾਰੀ ਨਿਯੁਕਤ ਕੀਤਾ ਹੈ ਤੇ ਕੁਲਵੰਤ ਸਿੰਘ ਨੇ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਦੀ ਗੱਲ ਆਖੀ ਹੈ। ਇਸ ਦਰਮਿਆਨ ਇਹ ਵੀ ਅਫਵਾਹ ਉੱਡੀ ਕਿ ਪ੍ਰਦੀਪ ਛਾਬੜਾ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਹੈ, ਲੇਕਿਨ ਪ੍ਰਦੀਪ ਛਾਬੜਾ ਨੇ ਖੁਦ ਕਿਹਾ ਕਿ ਇਹ ਮਹਿਜ਼ ਅਫਵਾਹ ਹੈ ਤੇ ਜੇ ਕੁਝ ਅਜਿਹਾ ਹੋਵੇਗਾ ਤਾਂ ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਹ ਖੁਦ ਦੇਣਗੇ। मीटिंग रखी थी तो आज से हमारे सह प्रभारी जी चेंज हो गए हैं, तो कुलवंत जी को जिम्मा दिया पार्टी ने, तो आगे हम उनकी अध्यक्षता में ही काम करेंगे। और इसी का रीज़न है कि सह प्रभारी बदले गए हैं प्रदीप छाबड़ा से? ये रीज़न हो सकता है, बाकी इन्होंने हमें क्लियर कट एज सच नहीं बताया, ये पार्टी के डिसीजन होते हैं। हमें बस इतना बताया है कि भी आज से जो मैटर है सारा वो सह प्रभारी कुलवंत जी को। उसका कारण ये है कि पहले ये मेयर रहे हैं, इनको पूरा एक्सपीरियंस भी रहा है हाउस को देखने का, तो हमारी अब जो भी मीटिंग हुआ करेगी इनके साथ होगी। यही कारण है जो बदला गया है? हाँ जी, यही कारण है, इसलिए इनको पुराना एक्सपीरियंस है, तो वो कह रहे हैं, जो हमें भगवंत मान जी ने बोला भी ग्राउंड लेवल का जो बंदा यहाँ से निकला हुआ है उनको पूरा एक्सपीरियंस है, 5 साल उनकी मेयर के टर्म भी रहे हैं, तो वही आज से सारा चार्ज लेंगे। तो ਅੱਜ ਸਾਡੇ ਪਾਰਟੀ ਨੂੰ ਨਵੇਂ ਸਹਿ ਪ੍ਰਭਾਰੀ ਮਿਲੇ ਸਾਡੇ ਮੋਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਜੀ। ਉਹਨਾਂ ਨਾਲ ਇੱਕ ਸਾਡੀ ਫਾਰਮਲ ਇੰਟਰੋਡਕਸ਼ਨ ਕਰਾਈ ਹੈ ਸੀਐਮ ਸਾਹਿਬ ਨਾਲ ਵੀ, ਕਿਉਂਕਿ ਜਦੋਂ ਸੀਐਮ ਸਾਹਿਬ ਜਿੱਤ ਕੇ ਆਏ ਤਾਂ ਇੱਦਾਂ ਇੱਕ ਫਾਰਮਲ ਇੰਟਰੋਡਕਸ਼ਨ ਸਾਡੀ ਹੋਈ ਨਹੀਂ ਸੀ, ਕਿਉਂਕਿ ਰੁਝੇਵੇ ਉਹਨਾਂ ਦੇ ਬਹੁਤ ਤੁਹਾਨੂੰ ਪਤਾ ਹੀ ਹੈ ਜਦੋਂ ਸੰਭਾਲਦੇ ਨੇ, ਤਾਂ ਇਸ ਕਰਕੇ ਅੱਜ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ। ਕੁਲਵੰਤ ਜੀ ਜਨਮ ਮਿਲੇ ਹਨ ਔਰ ਚੰਡੀਗੜ੍ਹ ਦੇ ਵਿੱਚ ਜੋ ਸਾਨੂੰ ਪਾਰਟੀ ਲੈਵਲ 'ਤੇ ਕੁਝ ਪ੍ਰੋਬਲਮਸ ਆਉਂਦੀਆਂ ਸੀਗੀਆਂ ਜੋ ਅਸੀਂ ਡਿਸਕਸ ਨਹੀਂ ਕਰ ਪਾਉਂਦੇ ਸੀ, ਅੱਜ ਸਾਨੂੰ ਇੱਕ ਚੰਡੀਗੜ੍ਹ ਦੇ ਵਿੱਚ ਕੁਲਵੰਤ ਸਿੰਘ ਜੀ ਨੂੰ ਉਹਨਾਂ ਨੇ ਦਿੱਤਾ ਹੈ ਵੀ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਵੇ ਇਹਨਾਂ ਨਾਲ ਡਿਸਕਸ ਕਰੋ, ਔਰ ਬਹੁਤ ਹੀ ਵਧੀਆ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਸੁਚਾਰੂ ਢੰਗ ਨਾਲ ਆਮ ਆਦਮੀ ਪਾਰਟੀ ਕੰਮ ਕਰੇਗੀ। ਔਰ ਤੁਸੀਂ ਆਉਣ ਵਾਲੇ ਟਾਈਮ 'ਚ ਦੇਖਣਾ ਮੇਅਰ ਵੀ ਸਾਡਾ ਹੋਏਗਾ ਔਰ ਐਮਪੀ ਵੀ ਸਾਡਾ। ਇਸ ਮੌਕੇ ਕੁਲਵੰਤ ਸਿੰਘ ਨੇ ਚੰਡੀਗੜ੍ਹ ਦਾ ਨਵਾਂ ਸਹਿ ਪ੍ਰਭਾਰੀ ਬਣਨ ਤੋਂ ਬਾਅਦ ਸਾਰੇ ਕਾਉਂਸਲਰਾਂ ਦੇ ਨਾਲ ਬੈਠਕ ਕੀਤੀ ਅਤੇ ਕਿਹਾ ਕਿ ਜੇ ਕਿਸੇ ਵੀ ਕਾਉਂਸਲਰ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਉਹਨਾਂ ਨੂੰ ਦੱਸਣ ਤੇ ਉਹ ਮਿਲ ਕੇ ਕੰਮ ਕਰਨਗੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਅੱਜ ਤੱਕ ਚੰਡੀਗੜ੍ਹ ਦੇ ਵਿੱਚ ਈਡਬਲਿਊਐਸ ਕਲੋਨੀਆਂ ਤੋਂ ਕਦੇ ਵੀ ਹਾਊਸ ਟੈਕਸ ਨਹੀਂ ਮੰਗਿਆ ਗਿਆ ਸੀ, ਪਰ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਨੇ ਇਹਨਾਂ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨੋਟਿਸ ਭੇਜ ਦਿੱਤਾ ਹੈ ਤੇ ਇਹਨਾਂ ਤੋਂ ਹਾਊਸ ਟੈਕਸ ਮੰਗਿਆ ਹੈ, ਜਿਸ ਤੋਂ ਬਾਅਦ ਇਹ ਮੁੱਦਾ ਹੁਣ ਰਾਜਨੀਤਿਕ ਮੁੱਦਾ ਬਣਦਾ ਜਾ ਰਿਹਾ ਹੈ। उधर लोग भी इसका विरोध कर रहे हैं। देखिए, मुझे सबसे ज़्यादा हैरानी हुई है जब इस वक्त जो प्रॉपर्टी टैक्स के नोटिस आए हैं 2013 के अंदर हाउस के अंदर, जब मैं खुद चंडीगढ़ का मेयर था, ये पास हुआ था कि 50 गज तक किसी मकान के ऊपर कोई टैक्स नहीं लगेगा। ये जितने भी कॉलोनियों को अब टैक्स मकान आए हैं 7,500 लोगों को जो दिया है ये सब 50 गज से नीचे के हैं, कोई भी मकान 50 गज से ऊपर नहीं है। ये टैक्स, ये नोटिस ही इलीगल है, गैर कानूनी है। मुझे नहीं मालूम कि इन्होंने क्या पैमाना लिया है। ये हाउस में कभी पास नहीं हुआ कि 50 गज के मकान तक जो है वो टैक्स लगाया जाएगा। ये कानूनी पहलू है, इस पर पार्टी विचार कर रही है कि हम देखेंगे कि नोटिस दिए क्यों गए। और सबसे बड़ी बात कि 3-3 साल के पिछले क्या वो अधिकारी इसके जिम्मेवार नहीं हैं जो इन फाइलों को दबा के बैठे रहे? अगर सही दिए हैं तो ये तो रिकवरी उन अधिकारियों से होनी चाहिए जिन्होंने नोटिस नहीं दिए, क्योंकि ये हैं ही गलत। ये टैक्स नहीं लग सकता कि ना तो इनके पास कोई रिकॉर्ड है इन मकानों का, ना इनको ये मालूम है कि ये 50 गज के हैं, 60 गज के हैं, 30 गज के हैं। इन्होंने देखा कि ये एरिया रह गया था, अब इनको नोटिस दे दो, जबकि हाउस में कोई भी टैक्स जो है प्रॉपर्टी टैक्स उसका पास होना नगर निगम के हाउस में ज़रूरी है। 50 गज तक तो एग्जम्पशन दी हुई है गाँव में, कॉलोनियों में। ख़ास तौर पर मुझे याद है मेरी चेयरमैनशिप में वो मीटिंग हुई थी, उसमें फ़ैसला लिखा हुआ है। फरवरी 28 तारीख को 2013 की मीटिंग है 2000 उसमें देख लें आप, है ही नहीं टैक्स लग ही नहीं सकता इन मकानों के ऊपर। मुझे नहीं समझ आ रही कि किस अधिकारी ने क्या बैठे सोच के इनको नोटिस दे दिए। भैया, जहर देने वाला काम तो मोदी जी रोज़ कर रहे हैं, उनको कह सकते हैं जी अब ये तो दरख्वास्त मोदी जी से की जा सकती है,
क्योंकि वो अमृत तो उनके पास अब है नहीं, कहने को अमृत तो सब मना रहे हैं, लोगों को तो स्लो पॉइजन दे के धीरे धीरे मारा जा रहा है। और क्या स्लो पॉइजनिंग है, हर चीज़ महंगी है। ਵਪਾਰੀਆਂ ਦੇ ਮੁੱਦੇ ਕਾਫੀ ਸਮੇਂ ਤੋਂ ਪੈਂਡਿੰਗ ਪਏ ਸੀ। ਉਹ ਲਗਾਤਾਰ ਮੰਗ ਕਰ ਰਹੇ ਸੀ ਕਿ ਉਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਵੀ ਸੁਣਿਆ ਜਾਵੇ ਤੇ ਉਹਨਾਂ ਨੂੰ ਪੂਰਾ ਵੀ ਕੀਤਾ ਜਾਵੇ। ਇਸੇ ਨੂੰ ਲੈ ਕੇ ਉਹਨਾਂ ਦੀ ਇੱਕ ਮੀਟਿੰਗ ਵੀ ਹੋਈ। नमस्कार, मैं कैलाश चंद जैन उद्योग व्यापार मंडल चंडीगढ़ की तरफ से जो माननीय सुप्रीम कोर्ट के निर्देशानुसार जो माननीय सांसद महोदय के नेतृत्व वाली जो कमेटी है उसके सभी सदस्यों को ये उद्योग व्यापार मंडल चंडीगढ़ व चंडीगढ़ के व्यापारियों की तरफ से निवेदन करना चाहता हूं कि उद्योग व्यापार मंडल चंडीगढ़ द्वारा जो एक ज्ञापन दिया गया है उस पर गौर करते हुए उसको होने वाली इस कमेटी की होने वाली प्रस्तावित बैठक में उस ज्ञापन को एजेंडा के रूप में लिया जाए और उसमें जो डिमांड दी गई है उनको पूरा करवाकर व्यापारियों को राहत दी जाए। इन मांगों में जो मेरी सबसे जो मुख्य रूप से जो मेरा कहना है कि खास तौर से जो बिल्डिंग्स के अंदर विद इन द कंट्रोल लाइन जो चेंजेस नीड बेस्ड चेंजेस दुकानदारों ने किए हैं उनको रेगुलर करवाया जाना चाहिए और औद्योगिक व कमर्शियल प्लाटों का ऑप्टिमम यूज करने के लिए हर पूरी उनको स्पेस मिलना चाहिए, एफएआर बढ़ाई जानी चाहिए और जो बूथों के जो छोटे बूथ हैं उनके ऊपर स्टोरेज के लिए ऊपरी मंजिल बनाए जाने की मंजूरी दी जानी चाहिए। बिल्डिंग बायलॉज को सिंप्लीफाई करना, कमर्शियल व औद्योगिक प्लॉटों में एफएआर के बढ़ाए जाना, सभी फ्लोर पर सेल या डिस्प्ले की अनुमति दिए जाना, चंडीगढ़ कैपिटल ऑफ पंजाब गवर्नमेंट रेगुलेशन एंड एक्ट में 1952 को तब तक अमेंडमेंट ना किया जाए जब तक के जो नीड बेस्ड चेंजेस को रेगुलर ना किया जाए और जो चंडीगढ़ स्टेट रूल्स के तहत जितने भी आज तक जो नोटिस दिए गए हैं उनको वापस लिया जाना चाहिए। ये मेरी बहुत सबसे जरूरी मांग है कि जो नोटिस आज तक दिए गए हैं उनको वापस होने चाहिए। इसके अलावा जो वसीयत के नाम पर जो वसीयत के आधार पर दुकानों की ट्रांसफर रोकी हुई है प्रशासन ने उसको भी मंजूरी दी जानी चाहिए। 2 कनाल से छोटे औद्योगिक प्लाटों के लिए कन्वर्शन पॉलिसी बनानी चाहिए और भी जो मांगे हमारे उसमें दी गई हैं वो मंजूर की जानी चाहिए। धन्यवाद। ਗੱਲ ਕਰਦੇ ਹਾਂ ਫਿਲਮ ਜਗਤ ਦੀ। ਤਾਂ ਤੁਹਾਨੂੰ ਦੱਸ ਦਈਏ ਇੱਕ ਨਵੀਂ ਪੰਜਾਬੀ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਤੇ ਇਸ ਰਿਲੀਜ਼ ਦੇ ਮੌਕੇ ਪੂਰੀ ਸਟਾਰ ਕਾਸਟ ਪਹੁੰਚੀ ਜਿਸ ਦੇ ਵਿੱਚ ਆਰਿਆ ਬੱਬਰ ਵੀ ਮੌਜੂਦ ਸੀ। ਆਰਿਆ ਬੱਬਰ ਰਾਜ ਬੱਬਰ ਦੇ ਬੇਟੇ ਹਨ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਆਰਿਆ ਬੱਬਰ ਨੇ ਆਪਣੇ ਪਿਤਾ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਵੀ ਕਹੀਆਂ। रुख मौसम का करते हैं तो दसते हैं कि तापमान की कहता। उस तो पहला दस दईए कि गर्मी लगातार बढ़ती जा रही है तो मौसम विभाग वालों कहा जा रहा है कि आने वाले 2 दिनों के गर्मी होर ज़्यादा तुहानू परेशान कर सकती है। तापमान की जो गल की जाए तो अज वध तो वध तापमान 38.1 डिग्री सैल्सियस तो घट्टो घट्ट तापमान 27.8 डिग्री सैल्सियस दर्ज किया गया। ताज़ इस बुलेटिन के पास से नहीं फिर होगी मुलाकात। सत श्री अकाल।